So now let us continue with the chapter, page number 69, Principles of Good Writing. So we had read about the first principle of good writing, and that was clear and logical thinking. So if you want to be a good writer, you should be able to think clearly and logically. Only then your writing will be clear and logical. ਸੋ ਕਈ ਵਾਰੀ ਆਪਾਂ ਪੜ੍ਹਦੇ ਹਾਂ ਕਿਸੇ ਦੀ ਸਾਨੂੰ ਸਮਝ ਨਹੀਂ ਆਉਂਦੀ ਕਿ ਕੀ ਕਹਿ ਰਿਹਾ ਹੈ ਵਿੱਚ, ਔਰ ਆਪਣੇ ਪੁਆਇੰਟ ਨੂੰ ਵਿਅਕਤੀ ਪ੍ਰੂਵ ਨਹੀਂ ਕਰ ਪਾਉਂਦਾ, ਤਰਕ ਦੀ ਕਮੀ ਹੁੰਦੀ ਹੈ, ਇੱਕ ਕਲੈਰਿਟੀ ਦੀ ਕਮੀ ਹੁੰਦੀ ਹੈ, ਸਾਫ਼ ਨਹੀਂ ਸਮਝ ਆਉਂਦੀ ਕਿ ਕੀ ਕਹਿਣਾ ਚਾਹੁੰਦਾ ਹੈ। ਠੀਕ ਹੈ, ਸੋ ਇਹਦੇ ਵਾਸਤੇ ਫਿਰ ਨੈਚੁਰਲੀ ਤੁਸੀਂ ਥੋੜ੍ਹਾ ਜਿਹਾ ਪੜ੍ਹ ਕੇ ਉਸ ਰਾਈਟਰ ਨੂੰ ਫਿਰ ਤੁਸੀਂ ਛੱਡ ਦੋਗੇ। ਸੋ ਇਹਦਾ ਮਤਲਬ ਕੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਦਾ ਲੇਖ ਪੜ੍ਹਦੇ ਹੋ ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਹੀ ਸ਼ੁੱਡ ਦ ਰਾਈਟਿੰਗ ਦੈਟ he has put before you should have clarity and logic, ਕਿ ਉਹਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਹੈ, ਲੌਜਿਕ ਹੋਣਾ ਚਾਹੀਦਾ। ਐਵੇਂ ਨਹੀਂ ਕਿ ਇਹ ਗੱਲ ਕਹਿ ਦਿੱਤੀ ਤਾਂ ਕਹਿ ਦਿੱਤੀ, ਉਹਦੇ ਪਿੱਛੇ ਤਰਕ ਨਾਲ ਸਮਝਾਉਣਾ ਚਾਹੀਦਾ ਹੈਗਾ। ਸੋ ਫਿਰ ਉਹਨੇ ਤੁਹਾਨੂੰ ਆਪਾਂ ਫਸਟ ਕੀਤਾ ਹੀ ਕੀ ਹੈਗਾ ਕਿ ਕਿਉਂਕਿ ਤੁਹਾਡੀ ਗੁੱਡ ਰਾਈਟਿੰਗ ਕੀ ਡਿਮਾਂਡ ਕਰਦੀ ਹੈ, ਕਲੈਰਿਟੀ ਐਂਡ ਲੌਜਿਕ। ਸੋ ਇਸ ਕਰਕੇ ਤੁਸੀਂ ਇਹਨੂੰ ਕਿੱਦਾਂ ਆਪਣੇ ਵਿੱਚ ਇਸ ਗੁਣ ਨੂੰ ਲੈ ਕੇ ਆਓ ਥਰੂ ਪ੍ਰੈਕਟਿਸ, ਕਿ ਅਭਿਆਸ ਕਰੋ, ਫਿਰ ਤੁਹਾਡੀ ਰਾਈਟਿੰਗ ਵੀ ਵਧੀਆ ਹੋ ਜਾਊਗੀ। ਹੁਣ ਨੈਕਸਟ ਦੇਖੋ, ਹੁਣ ਨੈਕਸਟ ਕੀ ਹੋਣਾ ਚਾਹੀਦਾ। ਹੁਣ ਤੁਸੀਂ ਸਪੋਜ਼ ਇਹ ਪ੍ਰੈਕਟਿਸ ਕਰ ਲਈ, ਕਲੀਅਰ ਕਿ ਤੁਸੀਂ ਰੋਜ਼ ਕੋਈ ਵਿਸ਼ਾ ਲੈ ਲਿਆ, ਕੋਈ ਵੀ ਲੈ ਸਕਦੇ ਹੋ। ਫੋਰ ਐਗਜ਼ਾਮਪਲ ਡਰੱਗ ਅਬਿਊਜ਼, ਰੋਡ ਐਕਸੀਡੈਂਟਸ, ਹਾਰਡ ਵਰਕ, ਜਾਂ ਦ ਪ੍ਰੋਬਲਮ ਆਫ ਅਨਇੰਪਲੋਇਮੈਂਟ ਇਨ ਇੰਡੀਆ, ਐਨੀ ਟੋਪਿਕ ਯੂ ਮੇ ਟੇਕ, ਕਲੀਅਰ। ਔਰ ਇਹਦੇ 'ਤੇ ਤੁਸੀਂ ਰੋਜ਼ ਪ੍ਰੈਕਟਿਸ ਕਰੋ ਔਰ ਇਹਦਾ ਹੱਲ ਤੱਕ ਪਹੁੰਚੋ ਉਸ ਚੀਜ਼ ਦਾ। ਤਾਂ ਤੁਹਾਨੂੰ ਮਤਲਬ ਕਿਹੜੀ ਪ੍ਰੈਕਟਿਸ ਹੋ ਜਾਊਗੀ, ਲੌਜੀਕਲ ਥਿੰਕਿੰਗ ਦੀ। ਹੁਣ ਨੈਕਸਟ ਕੀ ਚੀਜ਼ ਚਾਹੀਦੀ ਹੈ। ਹੁਣ ਤੁਸੀਂ ਬਣ ਗਏ ਅੱਛੇ ਸੋਚਣ ਵਾਲੇ ਬਣ ਗਏ, ਤੁਹਾਨੂੰ ਸਮਝ ਆ ਗਈ ਵੀ ਮੈਂ ਹੁਣ ਕਲੀਅਰਲੀ ਸੋਚ ਸਕਦਾ ਹੈ ਅਤੇ ਮੈਂ ਲੌਜੀਕਲੀ ਸੋਚ ਸਕਦਾ ਹੈ। ਹੁਣ ਨੈਕਸਟ ਦੇਖੋ, ਨੈਕਸਟ ਕਿਹੜੀ ਚੀਜ਼ ਚਾਹੀਦੀ ਹੈ ਤੁਹਾਨੂੰ, ਸ਼ਬਦ, ਵੋਕੈਬਲਰੀ। ਕਿਉਂਕਿ ਕਈ ਲੋਕ ਸੋਚਦੇ ਬਹੁਤ ਵਧੀਆ ਹੈ, ਪਰ ਉਹਨਾਂ ਕੋਲ ਜਦੋਂ ਆਪਣੀ ਗੱਲ ਦੱਸਣ ਲੱਗਦੇ ਆ ਜਾਂ ਲਿਖਣ ਲੱਗਦੇ ਆ ਤਾਂ ਉਹਨਾਂ ਕੋਲ ਕਾਹਦੀ ਕਮੀ ਪੈ ਜਾਂਦੀ ਹੈ, ਸ਼ਬਦਾਂ ਦੀ। ਸੋ ਯੂ ਨੀਡ ਅ ਗੁੱਡ ਵੋਕੈਬਲਰੀ ਆਲਸੋ। ਨਾਓ ਵਾਟ ਇਜ਼ ਦ ਮੀਨਿੰਗ ਆਫ ਵੋਕੈਬਲਰੀ? ਵੋਕੈਬਲਰੀ ਮੀਨਸ ਤੁਹਾਡਾ ਪਰਸਨਲ ਸ਼ਬਦ ਕੋਸ਼, ਤੁਹਾਡਾ ਜਿੰਨੇ ਵੀ ਵਰਡਸ ਤੁਹਾਨੂੰ ਆਉਂਦੇ ਹੈ, ਜਿੰਨੇ ਵੀ ਵਰਡਸ ਦੇ ਮੀਨਿੰਗਸ ਤੁਹਾਨੂੰ ਤੁਹਾਡੇ ਦਿਮਾਗ ਵਿੱਚ ਹੈਗੇ, ਤੁਹਾਨੂੰ ਆਉਂਦੇ ਹੈ, ਉਹ ਤੁਹਾਡੀ ਕੀ ਹੈਗੀ ਹੈ, ਵੋਕੈਬਲਰੀ ਹੈ। ਠੀਕ। ਸੋ ਹੁਣ ਚੰਗੀ ਵੋਕੈਬਲਰੀ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਅਦਰਵਾਈਜ਼ ਤੁਹਾਡੀ ਥਿੰਕਿੰਗ ਕਿੰਨੀ ਵੀ ਕਲੀਅਰ ਅਤੇ ਲੌਜੀਕਲ ਕਿਉਂ ਨਾ ਹੋਵੇ, ਇਫ ਯੂ ਡੂ ਨਾਟ ਹੈਵ ਅ ਗੁੱਡ ਵੋਕੈਬਲਰੀ ਯੂ ਵਿਲ ਨਾਟ ਬੀ ਏਬਲ ਟੂ ਕਮਿਊਨੀਕੇਟ ਯੋਰ ਥਾਟਸ। ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਤੁਹਾਡਾ ਵਧੀਆ ਕਿਉਂ ਨਾ ਕਲੀਅਰ ਅਤੇ ਲੌਜੀਕਲ ਥਿੰਕਿੰਗ ਹੋਵੇ, ਜਦ ਤੱਕ ਤੁਹਾਡੇ ਕੋਲ ਚੰਗੇ ਸ਼ਬਦ ਨਹੀਂ ਹੈ, ਤੁਹਾਨੂੰ ਸ਼ਬਦ ਜ਼ਿਆਦਾ ਤੋਂ ਜ਼ਿਆਦਾ ਨਹੀਂ ਆਉਂਦੇ, ਉਦੋਂ ਤੱਕ ਤੁਸੀਂ ਚੰਗੇ ਲੇਖਕ ਨਹੀਂ ਬਣ ਸਕਦੇ। ਹੁਣ ਨੈਕਸਟ ਪ੍ਰਿੰਸੀਪਲ ਕੀ ਹੈਗਾ, ਗੁੱਡ ਵੋਕੈਬਲਰੀ, ਕਿ ਤੁਹਾਡੀ ਵੋਕੈਬਲਰੀ ਅੱਛੀ ਹੋਣੀ ਚਾਹੀਦੀ ਹੈ। ਇਨ ਆਰਡਰ ਟੂ ਇਨਕਰੀਜ਼ ਯੋਰ ਵੋਕੈਬਲਰੀ ਐਂਡ ਟੂ ਇੰਪਰੂਵ ਯੋਰ ਪਾਵਰਸ ਆਫ ਐਕਸਪ੍ਰੈਸ਼ਨ ਯੂ ਸ਼ੁੱਡ ਰੀਡ ਵਾਈਡਲੀ ਐਂਡ ਕੇਅਰਫੁਲੀ। ਕਿ ਹੁਣ ਚੰਗੀ ਵੋਕੈਬਲਰੀ ਬਣਾਉਣ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਕਲੀਅਰ ਥਿੰਕਿੰਗ ਵਾਸਤੇ ਤਾਂ ਉਹਨੇ ਤੁਹਾਨੂੰ ਦੱਸ ਦਿੱਤਾ ਵੀ ਰੋਜ਼ ਇੱਕ ਕੋਈ ਪ੍ਰੋਬਲਮ ਚੁਣੋ ਅਤੇ ਉਹਦੇ 'ਤੇ ਸੋਚੋ ਅਤੇ ਉਹਨੂੰ ਹੱਲ ਤੱਕ ਪਹੁੰਚਾਓ। ਹੁਣ ਨੈਕਸਟ ਹੈਗਾ ਵੋਕੈਬਲਰੀ ਚੰਗੀ ਹੋਣ ਵਾਸਤੇ, ਚੰਗੀ ਵੋਕੈਬਲਰੀ ਵਾਸਤੇ ਕੀ ਕਰੋ। ਤੁਹਾਨੂੰ ਬਹੁਤ ਸ਼ਬਦ ਆਉਂਦੇ ਹੋਣ, ਕੀ ਕਰੋ, ਯੂ ਸ਼ੁੱਡ ਰੀਡ ਵਾਈਡਲੀ ਐਂਡ ਕੇਅਰਫੁਲੀ। ਇਹਦੇ ਵਾਸਤੇ ਕਿਹਦੀ ਜ਼ਰੂਰਤ ਹੈ, ਟੂ ਰੀਡ ਵਾਈਡਲੀ ਐਂਡ ਕੇਅਰਫੁਲੀ। ਵਾਈਡਲੀ ਦਾ ਮਤਲਬ ਕੀ ਹੈ ਕਿ ਹਰ ਤਰ੍ਹਾਂ ਦੀ ਰੀਡਿੰਗ ਕਰੋ, ਸਿਰਫ ਨਿਊਜ਼ਪੇਪਰਸ ਹੀ ਨਹੀਂ, ਮੈਗਜ਼ੀਨਸ ਵੀ ਪੜ੍ਹੋ, ਜਰਨਲਸ ਵੀ ਪੜ੍ਹੋ, ਨਾਵਲਸ ਪੜ੍ਹੋ, ਸ਼ਾਰਟ ਸਟੋਰੀਜ਼, ਪੋਇਟਰੀ, ਇਹ ਸਾਰੀ ਤਰ੍ਹਾਂ ਦੀ ਰੀਡਿੰਗ ਕਰੋ। ਇਹਨੂੰ ਆਪਾਂ ਕੀ ਕਹਿੰਦੇ, ਟੂ ਰੀਡ ਵਾਈਡਲੀ। ਅਤੇ ਕੇਅਰਫੁਲੀ ਦਾ ਮਤਲਬ ਕੀ ਹੁੰਦਾ, ਵੈਨ ਯੂ ਰੀਡ ਐਵਰੀਥਿੰਗ ਵੈਰੀ ਸਲੋਲੀ ਐਂਡ ਵੈਨ ਯੂ ਟਰਾਈ ਟੂ ਅੰਡਰਸਟੈਂਡ ਇਟ। ਸਲੋਲੀ ਦੀ ਗੱਲ ਛੱਡੋ, ਜਦੋਂ ਤੁਸੀਂ ਹਰ ਚੀਜ਼ ਨੂੰ ਇਹ ਨਹੀਂ ਕਿ ਐਵੇਂ ਪੜ੍ਹੀ ਗਏ ਫਾਸਟ ਪੜ੍ਹੀ ਗਏ ਅਤੇ ਕੁਝ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਕੇਅਰਫੁਲੀ ਦਾ ਮਤਲਬ ਕੀ ਹੈ ਕਿ ਧਿਆਨ ਨਾਲ ਪੜ੍ਹੋ ਕਿ ਉਹ ਕੀ ਕਨਵੇ ਕਰ ਰਿਹਾ ਹੈ, ਔਰ ਦੇਖੋ ਕਿ ਉਹ ਕਿਹੜੇ ਸ਼ਬਦਾਂ ਦੇ ਨਾਲ ਕੋਈ
ਚੀਜ਼ ਕਨਵੇ ਕਰ ਰਿਹਾ। ਦਿਸ ਇਜ਼ ਰੀਡਿੰਗ ਕੇਅਰਫੁਲੀ। ਸੋ ਕਈ ਵਾਰੀ ਤੁਸੀਂ ਕਈਆਂ ਨੂੰ ਦੇਖਿਆ ਹੋਣਾ, ਦੇ ਆਰ ਵੈਰੀ ਫਾਸਟ ਰੀਡਰਸ। ਸਮ ਪੀਪਲ ਰੀਡ ਵੈਰੀ ਫਾਸਟ, ਬੜੀ ਤੇਜ਼ ਪੜ੍ਹਦੇ ਹੈ, ਪਰ ਉਹਨਾਂ ਨੂੰ ਥੋੜ੍ਹੀ ਦੇਰ ਬਾਅਦ ਪੁੱਛੋ ਕੀ ਪੜ੍ਹਿਆ ਸੀ, ਉਹਨਾਂ ਨੂੰ ਯਾਦ ਹੀ ਨਹੀਂ ਹੁੰਦਾ। that is because they do not read carefully. So you must read widely and carefully, and keep a notebook in which to write down words and expressions that particularly strike you. और एक notebook रखो जिहदे विच के तुसी वो सारे शब्द, सारे expressions लिखो जिहड़े कि तुहानू वधिया लगदे है। For example, sparkle, glitter, twinkle, blaze, gleam, etc. कि जिस तरह ਜਿਹੜੇ ਵਰਡਸ ਤੁਹਾਨੂੰ ਲੱਗਦੇ ਵੀ ਇਹ ਵਰਡ ਬਹੁਤ ਵਧੀਆ ਹੈ, ਇਹ ਮੇਰਾ ਜੋ ਮੈਂ ਮੀਨਿੰਗ ਕਹਿਣਾ ਚਾਹੁੰਦੀ ਹਾਂ ਮੈਨੂੰ ਬਿਲਕੁਲ ਕਰ ਰਿਹਾ, ਔਰ ਸੁਣਨ 'ਚ ਵੀ ਵਧੀਆ ਲੱਗ ਰਿਹਾ, ਦੇਖਣ 'ਚ ਵੀ ਉਹ ਵਰਡ ਵਧੀਆ ਹੈ ਔਰ ਮੇਰਾ ਮੀਨਿੰਗ ਠੀਕ ਕਨਵੇ ਕਰੇਗਾ। ਸੋ ਤੁਸੀਂ ਉਹ ਵਾਲਾ ਵਰਡ ਨੋਟ ਕਰ ਲਓ। ਠੀਕ ਹੈ। ਫॉर एग्जांपल ਸਪਾਰਕਲ, ਗਲਿਟਰ, ਟਵਿੰਕਲ, ਬਲੇਜ਼, ਗਲੀਮ ਐਟਸੈਟਰਾ। ਇਹ ਸਾਰੇ ਕਿਹਦੇ ਪਰਾਇਵਾਚੀ ਸ਼ਬਦ ਹੈ? ਚਮਕਣ ਦੇ, ਕਿਸੇ ਚੀਜ਼ ਦੇ। Use a good dictionary to help you with the exact meanings and uses of words. और एक अपने को डिक्शनरी रखो जिहदे विच के तुसी देखो कि ये वाले वर्ड का एग्जैक्ट मीनिंग की है। ये सो इदां ही नहीं कि पढ़ी गए कोई वर्ड पल्ले पिया कोई नहीं पिया, जिहड़ा नहीं पिया आपां छड्ड दिता। डू नॉट डू दैट। रीड वैरी केयरफुली कि शब्द कोई नहीं आया, डिक्शनरी देखो, तो जिहड़ा शब्द तुहानूं लगदा है भी ये बड़ा वधिया है और बड़ा घट यूज़ हुंदा है, तुसीं उहदा इस्तेमाल करो। नैक्सट देखो, ऑलवेज रिमैंबर दैट। हुण तुहाडा फर्स्ट पॉइंट की सीगा? क्लीयर एंड लॉजिकल थिंकिंग। सैकेंड पॉइंट की सीगा? गुड वोकैबलरी। और दोनों नूं किद्दां चीज़ां नूं अपने अंदर लियाया जाए, ये उन्हें तुहानूं दस्सिया। ठीक है। हुण पहला गुण किद्दां आवे कि कोई भी पॉइंट, कोई भी विषय लैके उहदे बारे सोचना, ये प्रैक्टिस का ढंग है। दूजे का की सीगा कि ध्यान नाल पढ़िया जाए, टू रीड वाइडली एंड केयरफुली। ज़्यादा तो ज़्यादा चीज़ां पढ़िया जान, पर अन्नेवाह नहीं, केयरफुली पढ़िया जान। हुण नैक्सट पॉइंट देखो कि हुण तुसी अच्छे लेखक बनना चाहते हो, तां देखो पेज नंबर 70। Always remember that regular and frequent practice is essential if you are to learn to write well. ये हमेशा याद रखो कि जिहड़ी जे तुसी लिखना चाहते हो, चंगे लेखक बनना चाहते हो, तो रेगुलरली ते फ्रीकुएंटली लिखते रहो, अक्सर लिखते रहो, ते लगातार लिखते रहो, प्रैक्टिस करो लिखन दी। You learn to write by writing। कि चंगे लेखक किद्दां बन सकते हो? लेखन दा अभ्यास करके। सो बहुत बारी साडे मनां च लोकां दे असीं की सोचदे हैगे आ दैट राइटर्स आर दे आर गिफ्टेड बाय बर्थ, द बॉर्न राइटर्स, के राइटर्स तां जन्म तो ही कोई ये रब ने एक खास एक तुहानूं टैलेंट दिता हुंदा है। सो आम तौर पर आपां ये सोचते हैं कि जिहड़े बहुत वधिया लेखक है उन्होंने रब वालों ये दात, कुदरत वालों ये टैलेंट मिलिया होया है। पर उन्हें तुहानूं की क्या? यू लर्न टू राइट बाय राइटिंग। कि तुसीं किद्दां सीख सकते हो चंगा लिखना? लिख के, प्रैक्टिस करके। इट इज़ नो गुड वेटिंग अंटिल यू हैव एन इंस्पिरेशन बिफोर यू राइट। इंस्पिरेशन का मतलब ही की है कि प्रेरणा, अ सडन गुड थॉट। कि हमेशा यही वेट करते रहो कि मैनू जदों कोई आऊगा विचार चंगा तद मैं लिखूँगा, ਉਹਦਾ कोई फ़ायदा नहीं है। सो इट इज़ यूजलैस टू कीप ऑन वेटिंग फॉर एन इंस्पिरेशन बिफोर यू राइट। कि एवं सोची जाना भी जो चंगा कोई विचार आऊगा तद ही लिखांगे, की कहता कि इस तरह नहीं। ईवन विद द मोस्ट फेमस राइटर्स इंस्पिरेशन इज़ रेयर। सो की कहता कि ईवन बहुत जोड़े वड्डे राइटर्स है उन्होंने विच भी एकदम नहीं कि कोई एकदम दिमाग दे विच रब वालों कोई प्रेरणा आई तो उन्होंने लिखना शुरू करता, या कोई रब वालों ही कोई विचार आया तो उन्होंने लिखना शुरू करता। ਉਹਦੇ ਮੁਤਾबिक इदा नहीं हुंदा। ਉਹਦੇ मुताबिक ਜਿਹੜਾ ਰਾਈਟਿੰਗ ਕਿੱਦਾਂ ਹੋ ਸਕਦੀ ਹੈ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਰਹਿੰਦੇ ਹੋ। ਇਹ ਨਹੀਂ ਕਿ ਇੱਕਦਮ ਤੁਹਾਡੇ ਦਿਮਾਗ 'ਚ ਕੁਛ ਆਇਆ ਤਾਂ ਤੁਸੀਂ ਲਿਖਣਾ ਸ਼ੁਰੂ ਕਰਤਾ ਤੇ ਲਿਖ ਕੇ ਮਾਰਿਆ ਤੇ ਤੁਸੀਂ ਵਧੀਆ ਲੇਖਕ ਬਣ ਗਏ। ਕੀ ਕਹਿੰਦਾ ਕਿ ਦਿਸ ਇਜ਼ ਨॉट ਪੋਸੀਬਲ। ਦੇਖੋ
राइटिंग इज़ 99% हार्ड वर्क एंड 1% इंस्पिरेशन। कि राइटिंग की है 99% सख्त मेहनत ਤੇ ਸਿਰਫ 1% ਇਹਦੇ ਵਿੱਚ ਕੀ ਹੁੰਦੀ ਹੈ, ਕੋਈ ਉੱਪਰੋਂ ਦੀ ਤੁਹਾਡੇ ਮਨ 'ਚ ਵਿਚਾਰ ਆਉਂਦਾ ਤਾਂ ਤੁਸੀਂ ਉਹ ਲਿਖ ਪਾਉਂਦੇ ਹੋ। ਸੋ ਆਪਾਂ ਬਹੁਤ ਵਾਰੀ ਇਹ ਸੋਚਦੇ ਰਹਿੰਦੇ ਵੀ ਜਿਹੜੇ ਲੇਖਕ ਹੈ ਨਾ ਇੱਕਦਮ ਵਿਚਾਰ ਆਉਂਦਾ ਹੋਣਾ ਤੇ ਫਟਾਫਟ ਲਿਖਦੇ ਹੋਣੇ। ਨੋ, ਕੀ ਕਹਿੰਦਾ ਕਿ ਯੂ ਹੈਵ ਟੂ work, you have to practice a lot. So the sooner you get into the habit of disciplining yourself to write, the better. So जिन्नी जल्दी तुसी प्रैक्टिस शुरू कर दो भी मैं लिखना ही लिखना है, रोज़ लिखना है, लगातार लिखना है, कुछ भी लिखना है, और तभी तुसी चंगे राइटर बन सकते हो। Clear? Now I make an end here and we will continue with it